ਅੱਜ ਮੰਡੀ ਨਿਹਾਲ ਸਿੰਘ ਵਾਲਾ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਪਰਮਿੰਦਰ ਸਿੰਘ ਡੈਂਪਾ ਅਤੇ ਅੱਪੂ ਜੋਸ਼ੀ ਹਿੰਮਤਪੁਰਾ ਅਤੇ ਡੈਂਪਾ ਦੇ ਚਹੇਤਿਆਂ ਨੇ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਿਆ ਅਤੇ ਮੋਦੀ ਸਰਕਾਰ ਦੀ ਕੀਤੀ ਜੰਮ ਕੇ ਨਾਅਰੇਬਾਜ਼ੀ। ਹਾਂਜੀ ਪਿੱਛੇ ਨੂੰ ਮੈਂ ਫੋਟੋ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਸ਼ਹੀਦਾਂ ਦਾ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ। ਸੈਂਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਤੂੰ ਮੁਰੇ ਆ, ਮੈਂ ਨਹੀਂ ਪਛਣਾ। ਜਿਹੜੇ ਸਾਡੇ 700 ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ। ਇਨਸਾਫ ਦਿਓ। ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ। ਹੋਏ ਕਿਸਾਨ ਪਰਿਵਾਰਾਂ ਨੂੰ ਸਾਰਾ ਸੈਟਿੰਗ ਖਰਾਬ ਹੋ ਗਈ। ਰੁਕ ਜਾਓ ਰੁਕ ਜਾਓ। ਜਿੰਨੇ ਵੀ ਤੁਸੀਂ ਯੂਥ ਕਾਂਗਰਸ ਦੇ ਨਾਲ ਜੁੜੇ ਨੇ ਦਰਜਾ ਬਦਰਜਾ ਵੱਖ-ਵੱਖ ਪਿੰਡਾਂ ਤੋਂ ਮੇਰੇ ਵੀਰ ਇੱਥੇ ਪਹੁੰਚੇ ਹੋ, ਤੁਹਾਡਾ ਪਹਿਲਾਂ ਤਾਂ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ। ਇੱਕੋ ਦਮ ਜੀ ਜਿਹੜਾ ਆਪਣਾ ਇਹ ਪ੍ਰੋਗਰਾਮ ਬਣ ਗਿਆ ਤੇ ਆਪਣਾ ਇਕੱਠੇ ਹੋਣ ਦਾ ਜਿਹੜਾ ਮਕਸਦ ਆ ਜਿੱਥੇ ਉਹ ਤੁਹਾਨੂੰ ਮੈਂ ਦੱਸਣਾ ਚਾਹਣਾ। ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ ਹੀ, ਕਿਉਂਕਿ ਆਪਾਂ ਸਾਰੇ ਹੀ ਇੱਕ ਪਿੰਡਾਂ ਤੋਂ ਉੱਠ ਕੇ ਜਿਹੜੇ ਆਪਾਂ ਆਉਣੇ ਆ ਤੇ ਲੱਖ ਲੱਖ ਵਧਾਈ, ਕਿਉਂਕਿ ਜਿਹੜੇ ਕਾਲੇ ਕਾਨੂੰਨ ਬਿੱਲ ਜਿਹੜੇ ਮੋਦੀ ਸਰਕਾਰ ਨੇ ਜਿਹੜੇ ਲਾਗੂ ਕੀਤੇ ਸੀ ਕਿਸਾਨੀ ਦੇ ਉੱਤੇ ਤੇ ਲੰਬੇ ਸੰਘਰਸ਼ ਤੋਂ ਬਾਅਦ ਇਹ ਜਿਹੜੀ ਇੱਕ ਆਪਣੇ ਪੰਜਾਬ ਦੀ ਕਿਸਾਨੀ ਦੀ ਜਿਹੜੀ ਇਹ ਜਿੱਤ ਹੋਈ ਆ। ਇਤਿਹਾਸ ਆਪਾਂ ਫਰੋਲੀਏ ਆਪਣੇ ਪੰਜਾਬ ਦਾ। ਜਦੋਂ ਵੀ ਕਿਸੇ ਵੀ ਜ਼ਾਲਮ ਸਰਕਾਰ ਨੇ ਜਦੋਂ ਪੰਜਾਬ ਦੇ ਨਾਲ ਮੱਥਾ ਲਾਇਆ ਤੇ ਉਹਨਾਂ ਦਾ ਹਰ ਵਾਰ ਹੀ ਜਿਹੜੀ ਉਹਨਾਂ ਨੂੰ ਮੂੰਹ ਤੇ ਖਾਣੀ ਪਈ ਆ, ਜਿਹੜਾ ਉਹਨਾਂ ਦਾ ਵਹਿਮ ਉਹਨਾਂ ਦੇ ਭਰਮ ਜਿਹੜੇ ਉਹ ਟੁੱਟੇ ਆ। 1 ਸਾਲ ਤੇ ਕੁਝ ਦਿਨਾਂ ਦੇ ਇਸ ਲੰਬੇ ਸੰਘਰਸ਼ ਤੋਂ ਬਾਅਦ ਜਿਹੜੀ ਆਪਣੀ ਇਹ ਜਿੱਤ ਹੋਈ ਆ, ਤੁਸੀਂ ਸਾਰੇ ਵਧਾਈ ਦੇ ਪਾਤਰ ਹੋ, ਕਿਉਂਕਿ ਹਰ ਪਿੰਡ ਦੇ ਵਿੱਚੋਂ ਕੱਲੇ ਕੱਲੇ ਘਰ ਦੇ ਵਿੱਚੋਂ ਹਰ ਇੱਕ ਬੰਦੇ ਨੇ ਉੱਥੇ ਸਹਿਯੋਗ ਦਿੱਤਾ। ਬੇਸ਼ੱਕ ਇਹ ਇੱਕ ਇਤਿਹਾਸ ਜਿਹੜਾ ਸਿਰਜਿਆ ਗਿਆ, ਬੇਸ਼ੱਕ ਕੋਈ ਕਿਸਾਨੀ ਦੇ ਨਾਲ ਰਿਲੇਟਡ ਨਹੀਂ ਵੀ ਸੀ, ਤਾਂ ਉਹਨਾਂ ਨੇ ਵੀ ਜਿਹੜਾ ਆਪਣਾ ਬਣਦਾ ਯੋਗਦਾਨ ਆ ਉਹਨਾਂ ਧਰਨਿਆਂ ਦੇ ਵਿੱਚ, ਉਹਨਾਂ ਮੁਜ਼ਾਹਰਿਆਂ ਦੇ ਵਿੱਚ, ਦਿੱਲੀ ਦੇ ਵਿੱਚ ਜਿਹੜੀ ਕੂਚ ਸਾਰਿਆਂ ਨੇ ਰਲ ਮਿਲ ਕੇ ਕੀਤੀ ਆ, ਤਾਂ ਹੀ ਜਿਹੜੀ ਆਪਣੀ ਉੱਤੇ ਜਿੱਤ ਹੋਈ ਆ। ਤੇ ਇਹਦੇ ਮੱਦੇਨਜ਼ਰ ਹੀ ਜਿਹੜੇ ਆਪਾਂ ਇੱਥੇ ਇਕੱਠੇ ਹੋਏ ਆ, ਇਕੱਠੇ ਹੋਣ ਦਾ ਜਿਹੜਾ ਮਤਲਬ, ਕਿਉਂਕਿ ਇਸ ਧਰਨੇ ਦੇ ਦੌਰਾਨ, ਇਸ ਲੜਾਈ ਦੇ ਦੌਰਾਨ ਜਿਹੜੀ ਉੱਥੇ ਆਪਣੇ ਪੰਜਾਬ ਦੇ ਜਿੰਨੇ ਵੀ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਨਾਮ ਜਿਹੜਾ ਮੈਂ ਕਹਿੰਦਾ ਵੀ ਰਹਿੰਦੀ ਦੁਨੀਆ ਤੱਕ ਜਿਹੜਾ ਯਾਦ ਰਹੂਗਾ ਲੋਕਾਂ ਨੂੰ। ਲਖੀਮਪੁਰ ਕਾਂਡ ਲਾਈਏ, ਚਾਹੇ ਦਿੱਲੀ ਦੇ ਵਿੱਚ ਧਰਨੇ ਦੇ ਦੌਰਾਨ ਜੋ ਕੁਝ ਵੀ ਉੱਥੇ ਹੋਇਆ, ਲਖੀਮਪੁਰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਏਡੀ ਕੁ ਦਰਦਨਾਕ ਜਿਹੜੀ ਘਟਨਾ ਇਸ ਜ਼ਾਲਮ ਸਰਕਾਰ ਵੱਲੋਂ ਮੋਦੀ ਜਿਹੜੀ ਤੁਸੀਂ ਜਾਣਦੇ ਹੀ ਹੋ, ਮੋਦੀ ਦੇ ਨਾਂ ਨਾਲ ਜਿਹੜਾ ਆਪਣਾ ਜਿਹੜਾ ਆਪਣਾ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ, ਉਹਨਾਂ ਨੇ ਇਸ ਜਿਹੜੇ ਆਪਣੇ ਧਰਨੇ ਨੂੰ, ਇਸ ਲਹਿਰ ਨੂੰ ਦਬਾਉਣ ਦੇ ਲਈ ਕੀ ਹੱਥ ਕੰਡੇ ਉਹਨਾਂ ਨੇ ਅਪਣਾਏ, ਕੱਲੀ ਕੱਲੀ ਚਾਲਾਂ ਤੋਂ ਉਹਨਾਂ ਦੀਆਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣੂ ਆ। ਤੇ ਲਖੀਮਪੁਰ ਦੇ ਵਿੱਚ ਤਾਂ ਮੈਂ ਸਮਝਦਾ ਵੀ ਉਹਨਾਂ ਨੇ ਜਿਹੜੀ ਬਿਲਕੁਲ ਹੀ ਜਿਹੜੀ ਆਤੀ ਕਰਾਤੀ, ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਉੱਥੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਉਹ ਮਾਰਚ ਉੱਥੇ ਕਰ ਰਹੇ ਸੀ ਤੇ ਉਹਨਾਂ ਦੇ ਉੱਪਰ ਜਿਹੜੀ ਗੱਡੀ ਚੜਾ ਦਿੱਤੀ ਗਈ ਤੇ ਉਹ ਜਿਹੜੇ ਆਪਣੇ ਭਰਾ ਜਿਹੜੇ ਉੱਥੇ ਸ਼ਹੀਦ ਹੋਏ ਆ। ਸੋ ਅੱਜ ਇੱਥੇ ਆਪਣੇ ਇਕੱਠੇ ਹੋਣ ਦਾ ਜਿਹੜਾ ਮਤਲਬ ਆ ਉਹ ਆਪਾਂ ਉਹਨਾਂ ਸ਼ਹੀਦ ਹੋਏ ਕਿਸਾਨਾਂ ਨੂੰ ਜਿਹੜੀ ਇੱਕ ਸ਼ਰਧਾਂਜਲੀ ਯੂਥ ਕਾਂਗਰਸ ਵੱਲੋਂ
ਕਿਉਂਕਿ IYC ਦਾ ਹੁਕਮ ਸੀ ਜਿਹੜਾ, ਤੇ ਪੰਜਾਬ ਯੂਥ ਕਾਂਗਰਸ ਨਹੀਂ ਇਕੱਲੀ ਹਿੰਦੁਸਤਾਨ ਦੇ ਸਾਰੇ ਕੋਨੇ ਦੇ ਵਿੱਚ ਜਿਹੜੇ ਯੂਥ ਕਾਂਗਰਸ ਵੰਨੀਓ ਨੌਜਵਾਨਾਂ ਵੰਨੀਓ ਇਹ ਜਿਹੜਾ ਇੱਕ ਕੈਂਡਲ ਮਾਰਚ ਕਰਕੇ ਉਹਨਾਂ ਦੀ ਦੇ ਜਿਹੜੇ ਆਪਾਂ ਨੂੰ ਵਿਛੋੜਾ ਦੇ ਕੇ ਗਏ ਨੇ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਨੂੰ ਜਿਹੜਾ ਸਮਰਪਿਤ ਇਹ ਆਪਾਂ ਜਿਹੜਾ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਕੈਂਡਲ ਮਾਰਚ ਕਰਨ ਜਾ ਰਹੇ ਹਾਂ। ਇੱਥੇ ਪ੍ਰੋਗਰਾਮ ਆਪਣਾ ਇੱਕੋ ਦਮ ਬਣਿਆ ਇਹ, ਕਿਉਂਕਿ ਕੋਈ ਪਹਿਲਾਂ ਆਪਣੀ ਐਡੀ ਕੋਈ ਤਿਆਰੀ ਨਹੀਂ ਸੀ, ਪਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਸਾਰੇ ਹੀ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚੇ ਹੋ, ਤੁਹਾਡਾ ਸਾਰਿਆਂ ਦਾ ਜਿਹੜਾ ਬਹੁਤ ਧੰਨਵਾਦ ਆ। ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰਾ ਵੱਡਾ ਭਰਾ ਪਰਮਿੰਦਰ ਸਿੰਘ ਜੀ ਡਿੰਪਲ, ਜਿਹੜੇ ਲੰਮੇ ਸਮੇਂ ਤੋਂ ਜਿਹੜੇ ਯੂਥ ਕਾਂਗਰਸ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੇ ਨਿਭਾ ਰਹੇ ਆ। ਪਹਿਲਾਂ ਜਦੋਂ ਇਸ ਟਰਨ ਤੋਂ ਪਹਿਲਾਂ ਵੀ ਜਿਹੜੀ ਜਦੋਂ LYC ਦੀਆਂ ਚੋਣਾਂ ਜਿਹੜੀਆਂ ਹੋਈਆਂ ਸੀ ਲੋਕ ਸਭਾ ਯੂਥ ਕਾਂਗਰਸ, ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਵੈਸੇ ਤੁਹਾਨੂੰ ਯੂਥ ਕਾਂਗਰਸ ਦਾ ਜਿਹੜਾ ਸਿਸਟਮ ਤੁਸੀਂ ਸਾਰੇ ਜਾਣਦੇ ਹੋ। ਇਹ ਹੁਣ ਤਾਂ ਇਕੱਲੇ ਜ਼ਿਲ੍ਹੇ ਪੱਧਰ ਦੀ ਜਿਹੜੀ ਇਲੈਕਸ਼ਨ ਹੋਈ ਆ, ਤੁਸੀਂ ਸਾਥ ਦਿੱਤਾ ਦਾਸ ਨੂੰ ਵੀ, ਜਿਹੜਾ ਤੁਸੀਂ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ ਪਹਿਲਾਂ ਵਾਲਾ ਜਿਹੜਾ ਸਿਸਟਮ ਸੀ, ਜਦੋਂ ਪਹਿਲਾਂ ਵਾਲੀ ਯੂਥ ਕਾਂਗਰਸ ਸੀ, ਅਮਰਪ੍ਰੀਤ ਸਿੰਘ ਜੀ ਲਾਲੀ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਸੀ, ਤਾਂ ਉਦੋਂ ਜਿਹੜੀ ਇਲੈਕਸ਼ਨ ਹੋਈ ਸੀ ਉਦੋਂ ਲੋਕ ਸਭਾ ਦੇ ਤਰੀਕਿਆਂ ਦੇ ਨਾਲ ਜਿਹੜੀ ਇਲੈਕਸ਼ਨ ਹੁੰਦੀ ਸੀ। ਜਿਵੇਂ ਕਿ ਇੱਕ MP ਬਣਦਾ, ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦਾ ਬਣਦਾ ਆ, ਉਸੇ ਤਰ੍ਹਾਂ ਹੀ ਯੂਥ ਕਾਂਗਰਸ ਦੇ ਵਿੱਚ ਵੀ ਜਿਹੜਾ ਲੋਕ ਸਭਾ ਦੇ ਜਿਹੜੇ ਪ੍ਰਧਾਨ ਬਣੇ ਸੀ, ਤੇ ਪ੍ਰਧਾਨ ਜੀਆਂ ਤੇ ਸਾਨੂੰ ਮਾਣ ਆ ਪਰਮਿੰਦਰ ਡਿੰਪਲ ਜੀ ਤੇ, ਕਿਉਂਕਿ ਐਡੇ ਵੱਡੇ ਹਲਕੇ ਨੂੰ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਮੈਂ ਦੱਸਣਾ ਚਾਹੁੰਦਾ, ਕਿਉਂਕਿ ਲੋਕ ਸਭਾ ਹਲਕਾ ਜਿਹੜਾ ਇੱਕ ਬਹੁਤ ਵੱਡਾ ਹਲਕਾ ਹੁੰਦਾ। ਤੇ ਸਾਡੇ ਪ੍ਰਧਾਨ ਜੀ ਨੇ ਜਿਹੜੀ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਜਿਹੜੀ ਆਪਣੇ ਲੋਕ ਸਭਾ ਹਲਕਾ ਫਰੀਦਕੋਟ ਨੇ ਜਿਹੜੀ ਇਹਨਾਂ ਨੂੰ ਦਿੱਤੀ ਸੀ, ਤਾਂ ਇਹਨਾਂ ਨੇ ਬਖੂਬੀ ਨਿਭਾਈ। ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਲੋਕ ਸਭਾ ਹਲਕੇ ਦੇ ਵਿੱਚ 9 ਵਿਧਾਨ ਸਭਾ ਜਿਹੜੇ ਹਲਕੇ ਪੈ ਜਾਂਦੇ ਆ, ਤੇ ਉਹਨਾਂ ਨੂੰ ਹੈਂਡਲ ਕਰਨਾ, ਉਹਨਾਂ ਨੂੰ ਦੇਖਣਾ ਇੱਕ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਜਿਹਦੇ ਵਿੱਚ ਗਿੱਦੜਬਾਹੇ ਤੋਂ ਲੈ ਕੇ ਆਪਣੇ ਫਰੀਦਕੋਟ ਦੇ ਵਿੱਚ ਗਿੱਦੜਬਾਹਾ ਹਲਕਾ ਵੀ ਆਪਣੇ ਵਿੱਚ ਪੈਂਦਾ। ਗਿੱਦੜਬਾਹਾ, ਕੋਟਕਪੁਰਾ, ਫਰੀਦਕੋਟ, ਧਰਮਕੋਟ, ਮੋਗਾ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਜੈਤੋ ਤੇ ਰਾਮਪੁਰਾ ਫੂਲ, ਆਪਣੇ ਜਿਹੜੇ 9 ਵਿਧਾਨ ਸਭਾ ਹਲਕੇ ਪੈਂਦੇ ਆ। ਤੇ ਪ੍ਰਧਾਨ ਜੀ ਨੇ ਆਪਣੀ ਬਹੁਤ ਵਧੀਆ ਤਨਦੇਹੀ ਦੇ ਨਾਲ ਦਿਨ ਰਾਤ ਇੱਕ ਕਰਕੇ ਜਿਹੜੀ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਸੀ। ਤੇ ਹੁਣ ਇਸ ਪ੍ਰੋਗਰਾਮ ਤੇ ਜਿਹੜੇ ਆਪਾਂ ਇਕੱਠੇ ਹੋਏ ਆ, ਤੇ ਵਾਹਿਗੁਰੂ ਚੜ੍ਹਦੀ ਕਲਾ ਜਿਹੜੀ ਰੱਖੇ, ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਜਿਹੜੀ ਯੂਥ ਨੂੰ ਆਪਾਂ ਮੂਹਰੇ ਲੈ ਕੇ ਆਈਏ। ਤੁਹਾਡਾ ਹਮੇਸ਼ਾ ਹੀ ਜਿਹੜਾ ਸਹਿਯੋਗ ਰਿਹਾ, ਤੁਸੀਂ ਹਮੇਸ਼ਾ ਹੀ ਜਿਹੜਾ ਸਹਿਯੋਗ ਦਿੰਦੇ ਰਹੇ ਹੋ। ਮੈਂ ਤੁਹਾਡੀ 1 ਮਿੰਟ ਦੇ ਲਈ ਮੈਂ ਬੇਨਤੀ ਕਰੂੰਗਾ ਵੀ ਜਿੰਨੇ ਵੀ ਕੈਮਰਾ ਚੱਲ ਰਹੇ ਆ, ਕਿਰਪਾ ਕਰਕੇ 1 ਮਿੰਟ ਲਈ ਜ਼ਰੂਰ ਬੰਦ ਕਰਿਓ, ਕਿਉਂਕਿ 1-2 ਗੱਲਾਂ ਜਿਹੜੀਆਂ ਮੈਂ ਉਹ ਵੀ ਤੁਹਾਡੇ ਨਾਲ ਮੈਂ ਜਿਹੜੀਆਂ ਕਰਨੀਆਂ ਚਾਹੁੰਦਾ। ਇੱਕ ਪ੍ਰਧਾਨ ਜੀ, ਪਿਛਲੇ ਦਿਨੀ ਘੋਲੀਏ ਤੋਂ ਕਿਸਾਨੀ ਸੰਘਰਸ਼ ਦੇ ਵਿੱਚ ਮੌਤ ਹੋਈ ਆ, ਉਹਦੇ ਪਰਿਵਾਰ ਨੂੰ ਤੁਸੀਂ ਜਾ ਕੇ ਮਿਲੇ ਆ ਜੀ? ਪਰਸੋਂ ਦੀ ਗੱਲ ਆ ਜੀ ਇਹ? ਪਰਸੋਂ ਦੀ ਗੱਲ ਆ ਬਿਲਕੁਲ। ਸਾਡੇ ਅੱਜ ਹੀ ਜਿਹੜੇ ਘੋਲੀਏ ਤੋਂ ਸਾਡੇ ਸਤਿਕਾਰਯੋਗ ਯੂਥ ਕਾਂਗਰਸ ਦੇ ਹਰਪਾਲ ਘੋਲੀਆ ਜੀ ਤੇ ਬਿੱਟੂ ਘੋਲੀਆ, ਉਹਨਾਂ ਨੇ ਅੱਜ ਬਾਅਦ ਦੁਪਹਿਰ ਹੀ ਸਾਨੂੰ ਜਿਹੜਾ 12 ਵਜੇ ਤੋਂ ਬਾਅਦ ਜਿਹੜਾ ਮੈਨੂੰ ਕਾਲ ਕਰਕੇ ਉਹਨਾਂ ਨੇ ਇਹ ਦੱਸੀ ਆ ਵੀ ਉੱਥੇ ਜਿਹੜੀ ਇਹ ਘਟਨਾ ਹੋਈ ਆ। ਤੇ ਅੱਜ ਹੀ ਮੈਂ ਪ੍ਰਧਾਨ ਜੀ ਨਾਲ ਵੀ ਜਿਹੜੀ ਗੱਲ ਕੀਤੀ ਹੈ, ਕਿਉਂਕਿ ਅੱਜ ਇਹ ਪ੍ਰੋਗਰਾਮ ਕਰਨਾ ਸੀ, ਤੇ ਕੱਲ ਨੂੰ ਹੀ ਜਾ ਕੇ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਮਿਲ ਰਹੇ ਹਾਂ, ਸਾਡਾ ਸੰਪਰਕ ਹੋ ਗਿਆ ਉਹਨਾਂ ਦੇ ਨਾਲ, ਕਿਉਂਕਿ ਉਸੇ ਪਿੰਡ ਤੋਂ ਹੀ ਜਿਹੜੇ ਸਾਡੇ ਯੂਥ ਕਾਂਗਰਸ ਦੇ ਆਗੂ ਨੇ, ਤੇ ਉਹਨਾਂ ਨੇ ਸਾਨੂੰ ਜਿਹੜੀ ਇਹ ਜਾਣਕਾਰੀ ਦਿੱਤੀ ਸੀ। ਤੇ ਅੱਜ ਹੀ ਅਸੀਂ ਉੱਥੇ ਜਾ ਕੇ ਜਿਹੜਾ ਕੱਲ ਨੂੰ ਜਾ ਕੇ ਉੱਥੇ ਉਹਨਾਂ ਦੇ ਪਰਿਵਾਰ ਨੂੰ ਅਸੀਂ ਮਿਲਾਂਗੇ। ਤੇ ਹੋਰ ਤੁਸੀਂ ਕਿੰਨੀਆਂ ਕਾਂਗਰਸ ਦੀਆਂ ਸਰਕਾਰਾਂ ਵੀ ਪਹਿਲਾਂ ਆਈਆਂ ਜੀ, ਅਕਾਲੀਆਂ ਦੀਆਂ ਵੀ ਆਈਆਂ, ਹੁਣ ਵੀ ਕਾਂਗਰਸ ਦੀ ਮੌਜੂਦਾ ਸਰਕਾਰ ਆ, ਕੈਪਟਨ ਸਾਹਿਬ ਖੁੱਡ ਦੇ ਵਿੱਚ ਵੜ ਕੇ ਬੈਠੇ ਰਹੇ ਆ ਜੀ। ਤੁਹਾਡੀ ਮੰਨ ਲਾ ਕੱਲ ਨੂੰ ਸਰਕਾਰ ਆਉਂਦੀ ਹੈ ਤਾਂ ਤੁਸੀਂ ਕੀ ਕੰਮ ਕਰੋਗੇ ਜੀ? ਦੇਖੋ ਜੀ, ਪਹਿਲਾਂ ਤਾਂ ਤੁਹਾਡੀ ਮੈਂ ਜਾਣਕਾਰੀ ਦੇ ਵਿੱਚ ਵਾਧਾ ਕਰਨ ਲਈ ਦੱਸਣਾ ਚਾਹੁੰਦਾ, ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ, ਮੈਂ ਕਹਿੰਦਾ ਵੀ ਪੰਜਾਬ ਦਾ ਬੱਚਾ ਜਾਣਦਾ ਜਿੰਨੀ ਕਾਰਜਕਾਰੀ ਜਿਹੜੀ ਉਹਨਾਂ ਦੀ ਜਿਹੜੀ ਪਿਛਲੇ ਜਦੋਂ ਦੀ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਮਿਲੀ ਆ, ਤੇ ਉਹ ਆਪਣੀ ਬਖੂਬੀ ਆਮ ਲੋਕ ਦੇ ਵਾਂਗੂ, ਆਮ ਬੰਦੇ ਦੇ ਵਾਂਗੂ ਜਿਹੜਾ ਲੋਕਾਂ ਦੇ ਵਿੱਚ ਵਿਚਰ ਰਹੇ ਆ। ਤੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ, ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਓ, ਮੈਂ ਵੀ ਇੱਕ ਪਿੰਡ ਦਾ ਸਰਪੰਚ ਦੀ ਆ, ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਸੇਵਾ ਕਰਨ ਦੀ ਮੈਨੂੰ ਦਿੱਤੀ ਆ। ਤੇ 1 ਕਰੋੜ ਸਮਥਿੰਗ ਜਿਹੜੀ ਗ੍ਰਾਂਟ ਆ ਉਹ ਜਿਹੜੀ ਪਿੰਡ ਨੂੰ ਆਈ ਆ। ਤੇ ਮੈਂ ਕਹਿੰਦਾ ਵੀ ਕੋਈ ਅਜਿਹਾ ਪਿੰਡ ਨਹੀਂ ਹੋਣਾ ਜਿੱਥੇ ਜੇ ਅੱਜ ਆਪਾਂ ਗੱਲ ਕਰੀਏ ਡਿਵੈਲਪਮੈਂਟ ਦੀ ਗੱਲ ਕਰੀਏ, ਤੇ ਵੀ ਜਿੱਥੇ ਵਿਕਾਸ ਨਾ ਹੋਇਆ ਹੋਵੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਿੰਦੁਸਤਾਨ ਦੇ ਵਿੱਚੋਂ ਅੱਜ ਜੇ ਐਜੂਕੇਸ਼ਨ ਦੀ ਆਪਾਂ ਗੱਲ ਕਰੀਏ, ਸਿੱਖਿਆ ਦੀ ਗੱਲ ਕਰੀਏ, ਤਾਂ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਜਿਹੜਾ 1 ਨੰਬਰ ਤੇ ਆ। ਇਹ ਜੇ ਕਾਂਗਰਸ ਸਰਕਾਰ ਨੇ ਆਪਣੀ ਵਧੀਆ ਕਾਰਜਕਾਰੀ ਕੀਤੀ ਆ,
ਸਾਡੇ ਵਿਜੇਂਦਰ ਸਿੰਗਲਾ ਜੀ ਜਿਹੜੇ ਸਿੱਖਿਆ ਮੰਤਰੀ ਨੇ, ਉਹਨਾਂ ਨੇ ਸਕੂਲਾਂ ਵੱਲ ਧਿਆਨ ਦਿੱਤਾ, ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦਿੱਤਾ, ਤਾਂ ਹੀ ਅੱਜ ਜਿਹੜਾ ਪੰਜਾਬ ਜਿਹੜਾ ਸੂਬਾ ਏ ਉਹ 1 ਨੰਬਰ ਤੇ ਪਹੁੰਚਿਆ ਆ। ਨਵੀਆਂ ਪਾਰਟੀਆਂ ਬਹੁਤ ਜ਼ਿਆਦਾ ਆ ਰਹੀਆਂ ਜੀ, ਛੱਪੜ ਚੋਂ ਕਹਿੰਦੇ ਝੋਟਾ ਕੱਢਣਾ ਹੁੰਦਾ। ਨਵੀਆਂ ਪਾਰਟੀਆਂ ਬਹੁਤ ਜ਼ਿਆਦਾ ਆ ਰਹੀਆਂ, ਉਹਦੇ ਵਾਸਤੇ ਕੀ ਕਹੋਗੇ? ਸਾਰੇ ਆਪੋ ਆਪਣੀਆਂ ਪਾਰਟੀਆਂ ਦੇ ਕੈਂਡੀਡੇਟ ਖੜਾਉਣਗੇ ਜੀ। ਦੇਖੋ ਜੀ, ਇਹ ਤੁਸੀਂ ਇੱਕ ਅਜਿਹੇ ਮੁਲਕ ਦੇ ਵਿੱਚ ਰਹਿੰਦੇ ਹੋ, ਤੁਸੀਂ ਆਪਣੀ ਗੱਲ ਜਿਹੜੀ ਖੁੱਲ੍ਹ ਕੇ ਕਰ ਸਕਦੇ ਹੋ, ਤੁਹਾਨੂੰ ਅਧਿਕਾਰ ਆ, ਇੱਥੇ ਕਿਸੇ ਨੂੰ ਦਬਾਇਆ ਨਹੀਂ ਜਾ ਸਕਦਾ। ਹਰ ਇੱਕ ਬੰਦਾ ਆਪਣੀ ਸੋਚ ਲੈ ਕੇ ਆਉਂਦਾ, ਤੇ ਮੈਂ ਸਾਰਿਆਂ ਨੂੰ ਵੀ ਇਸ ਗੱਲੋਂ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਬਥੇਰੇ ਅਜਿਹੇ ਲੋਕ ਆਏ ਜਿਨ੍ਹਾਂ ਨੇ ਝਾਂਸਾ ਦਿੱਤਾ ਵੀ ਜੇ ਅਸੀਂ ਐਂ ਕਰ ਦਿਆਂਗੇ, ਆਹ ਕਰ ਦਿਆਂਗੇ। ਜਿਵੇਂ ਮੇਨ ਐਗਜ਼ਾਮਪਲ ਤੁਹਾਨੂੰ ਮੈਂ ਦੇਣੀ ਚਾਹੁੰਦਾ, ਇੱਕ ਦਿੱਲੀ ਤੋਂ ਲਾਲਾ ਜੀ ਜਿਹੜੇ ਅਰਵਿੰਦ ਕੇਜਰੀਵਾਲ ਜੀ, ਉਹ ਵੀ ਪੰਜਾਬ ਦੇ ਵਿੱਚ ਆ ਕੇ ਤੇ ਲੋਕਾਂ ਨੂੰ ਕਾਫੀ ਸਬਜ਼ ਜਿਹੜੇ ਉਹਨਾਂ ਨੇ ਦਿਖਾਏ। ਤੇ ਉਹ ਦਿੱਲੀ ਦੇ ਵਿੱਚ ਤੁਸੀਂ, ਮੈਂ ਕਹਿੰਦਾ ਵੀ ਪ੍ਰੈਕਟੀਕਲੀ ਜਾ ਕੇ ਅਸੀਂ ਇੱਥੋਂ ਗੱਡੀ ਵੀ ਹਾਇਰ ਕਰਕੇ ਦੇਵਾਂਗੇ। ਪ੍ਰਧਾਨ ਜੀ ਸਾਡੇ ਕੋਲੇ ਖੜੇ ਆ, ਉਹ ਕਹਿੰਦੇ ਆ ਜੀ ਹਮਾਰੇ वहाँ पे जो हॉस्पिटल है वो ऐसा हो गया, ਤੇ ਉਹ ਹਮਾਰੇ ਮੁਹੱਲਾ ਕਲੀਨਿਕ ਹੋ ਗਏ, ਫਲਾਨਾ ਸਾਡੇ ਐਜੂਕੇਸ਼ਨ ਹੋ ਗਈ। ਤੇ ਤੁਸੀਂ ਪਿਛਲਾ ਡਾਟਾ ਦੇਖੋ, ਆਨਲਾਈਨ ਡਾਟਾ ਚੱਕੋ, ਜਦੋਂ ਕਰੋਨਾ ਦਾ ਮਾਹੌਲ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਸੀ, ਤੇ ਦਿੱਲੀ ਦੇ 40% ਤੋਂ ਜ਼ਿਆਦਾ ਜਿਹੜੇ ਲੋਕ ਆ ਕਰੋਨਾ ਦੇ ਵਿੱਚ ਉਹ ਪੰਜਾਬ ਤੋਂ ਆ ਕੇ ਇਲਾਜ ਕਰਵਾ ਕੇ ਗਏ ਨੇ। ਤੇ ਉਦੋਂ ਉਹਨਾਂ ਦੇ ਮੁਹੱਲਾ ਕਲੀਨਿਕ ਕਿੱਥੇ ਸੀਗੇ, ਤੇ ਜਾਂ ਉਦੋਂ ਉਹਨਾਂ ਦੀਆਂ ਜਿਹੜੀਆਂ ਉਹ ਸਿਹਤ ਸੇਵਾਵਾਂ ਉੱਥੇ ਕਹਿੰਦੇ ਸੀ ਜੀ ਹਮ ਇਹ ਕਰ ਦੇਂਗੇ, ਹਮ ਉਹ ਕਰ ਦੇਂਗੇ। ਇਹ ਸਿਰਫ ਇੱਕ ਨਾਟਕੀ, ਇੱਕ ਕਾਗਜ਼ੀ ਗੱਲਾਂ ਨੇ। ਤੇ ਪੰਜਾਬ ਦੇ ਵਿੱਚ ਜੋ ਕੁਝ ਇੱਥੇ ਹੋਇਆ ਏ ਤੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਕਿਸੇ ਤੋਂ ਲੁਕੀ ਛਿਪੀ ਗੱਲ ਨਹੀਂ ਹੈਗੀ। ਕਿਉਂਕਿ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਤੇ ਪ੍ਰੈਕਟੀਕਲੀ ਗੱਲਾਂ ਜਿਹੜੀਆਂ ਕੁਝ ਹੋਰ ਹੁੰਦੀਆਂ। ਤੇ ਮੈਂ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦਾ ਵੀ ਜੇ ਕੋਈ ਹੋਰ ਪਾਰਟੀਆਂ ਵੀ ਇੱਥੇ ਆ ਕੇ ਵੋਟ ਮੰਗਣਗੀਆਂ ਤੇ ਕਿਰਪਾ ਕਰਕੇ ਉਹਨਾਂ ਨੂੰ ਬਰੀਕੀ ਦੇ ਵਿੱਚ ਉਹਨਾਂ ਦੀ ਜਾਂਚ ਪੜਤਾਲ ਕਰਿਆ ਕਰੋ ਵੀ ਇਹਨਾਂ ਦਾ ਪਿਛੋਕੜ ਕੀ ਆ, ਇਹ ਕੀ ਕਰਕੇ ਆਏ ਆ, ਪਹਿਲਾਂ ਇਹਨਾਂ ਦੀ ਕਾਰਜਕਾਰੀ ਕੀ ਰਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਇਹ ਕੀ ਕਰ ਸਕਦੇ ਆ। ਡਿੰਪਾ ਜੀ, ਇੱਕ ਪਾਰਟੀ ਆਪਣੇ ਪੰਜਾਬ ਦੇ ਵਿੱਚ ਹੋਰ ਆ ਰਹੀ ਹੈ, ਆ ਗਈ, ਆ ਨਹੀਂ ਰਹੀ, ਆ ਗਈ ਜੀ। ਹਾਂਜੀ, ਠੀਕ ਹੈ, ਹਿੰਦੁਸਤਾਨ ਦੇ ਸਰਵਜਨਕ ਪਾਰਟੀ, ਉਹਨਾਂ ਨੇ ਵੀ ਇੱਥੋਂ ਰਾਜਪਾਲ ਨੰਗਲ ਨੂੰ ਟਿਕਟ ਦਿੱਤੀ ਹੈ ਜੀ। ਅੱਛਾ ਜੀ, ਕਿਹੜਾ ਅਨਾਉਂਸ ਹੋ ਗਿਆ, ਉਹ ਪਾਰਟੀ ਬਾਰੇ ਕੀ ਕਹਿਣਾ ਚਾਹੋਗੇ ਜੀ ਤੁਸੀਂ? ਦੇਖੋ, ਸਭ ਨਵੀਂ ਤੋਂ ਪਾਰਟੀ ਆ, ਆਮ ਪਾਰਟੀ ਵੀ ਨਵੀਂ ਆਈ ਸੀ, ਹਮੇਸ਼ਾ ਨਵੀਂ ਪਾਰਟੀ ਆਉਂਦੀ ਆ, ਪੈਰ ਪਸਾਰਦੀ ਆ ਆਪਦੀ। ਪਹਿਲੀ ਵਾਰੀ ਆਈ ਸੀ ਆਮ ਪਾਰਟੀ, ਠੀਕ ਆ, ਉਹਨਾਂ ਦਾ ਕੈਂਡੀਡੇਟ ਮਨਜੀਤ ਸਿੰਘ ਬਿਲਾਸਪੁਰ ਜਿੱਤਿਆ, ਕਿਉਂਕਿ ਪੁਰਾਣਿਆਂ ਤੋਂ ਭਰੋਸਾ ਉੱਠ ਗਿਆ ਜੀ ਉਹਨਾਂ ਨੂੰ, ਲੋਕਾਂ ਨੂੰ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੇਨਤੀ, ਤੁਹਾਡੇ ਚੈਨਲ ਰਾਹੀਂ ਤੁਹਾਡਾ ਧੰਨਵਾਦ ਕਰਦਾ ਹਾਂ। ਤੁਸੀਂ ਮੈਨੂੰ ਕੁਐਸਚਨ ਬੜਾ ਵਧੀਆ ਪੁੱਛਿਆ। ਸਭ ਤੋਂ ਪਹਿਲੀ ਗੱਲ ਤਾਂ ਆਪਣੀ ਅੱਜ ਇਹ ਹੈ ਵੀ ਅਸੀਂ ਸਾਰੇ ਬੜੇ ਖੁਸ਼ ਹਾਂ ਵੀ ਸਾਡਾ ਕਿਸਾਨੀ ਬਿੱਲ ਮਾਫ ਹੋਇਆ। ਨੰਬਰ 2, ਅੱਜ ਜਿਹੜੀ ਸਾਡਾ ਕੈਂਡਲ ਮਾਰਚ ਕੱਢਣ ਦਾ ਮਕਸਦ ਇਹ ਹੈ, ਮੈਂ ਉਸੇ ਤੇ ਲਿਆਉਂਗਾ ਪੁਆਇੰਟ ਤੇ, ਰੁਕ ਜਾਓ, ਉਸੇ ਤੇ ਲਿਆਉਣਾ। ਠੀਕ। ਕੈਂਡਲ ਮਾਰਚ ਕੱਢਣ ਦਾ ਸਾਡਾ ਮਕਸਦ ਇਹ ਹੈ ਵੀ ਅਸੀਂ ਇਹ ਦੱਸ ਸਕੀਏ ਵੀ 700 ਬੰਦਾ ਸਾਡਾ ਮਰਿਆ, ਉਹ ਸੰਘਰਸ਼ ਸ਼ਹੀਦ ਹੋਇਆ, ਉਹਦਾ ਕੌਣ ਵਾਲੀ ਵਾਰਸ? ਹਰ ਬੰਦਾ ਅੱਜ ਉੱਠਦਾ, ਉਹ ਕਹਿੰਦਾ ਜੀ ਕਿਸਾਨੀ ਸੰਘਰਸ਼ ਜੋ ਮੈਂ ਕੀਤਾ ਉਹ ਕਿਸੇ ਨੇ ਵੀ ਨਹੀਂ ਕੀਤਾ। ਪਰ ਮੈਂ ਜਿੱਤ ਇਹ ਸਮਝਦਾ ਵੀ ਜਿਹੜੀਆਂ 32 ਜਥੇਬੰਦੀਆਂ ਬੈਠੀਆਂ ਉਹਨਾਂ ਦੀ ਜਿੱਤ ਹੈ, ਤੇ ਜਿੰਨੀ ਸਾਡੀ ਕਾਂਗਰਸ ਪਾਰਟੀ ਨੇ ਸਹਿਯੋਗ ਦਿੱਤਾ ਉਹਦੀ ਜਿੱਤ ਹੈ। ਹੁਣ ਆਜੋ ਨਵੀਂ ਪਾਰਟੀ ਤੇ। ਦੇਖੋ ਮੇਰੀ ਗੱਲ ਸੁਣੋ, ਇਹ ਆਜ਼ਾਦ ਮੁਲਕ ਹੈ, ਇੱਥੇ ਹਰ ਬੰਦੇ ਨੂੰ ਆਪਦਾ ਬੋਲਣ ਦਾ ਹੱਕ ਹੈ, ਬੋਲ ਸਕਦਾ ਉਹ। ਨਵੀਆਂ ਪਾਰਟੀਆਂ ਦਾ ਮਤਲਬ ਤੁਸੀਂ ਕਿਵੇਂ ਕਹਿੰਦੇ ਹੋ? ਨਵੀਆਂ ਪਾਰਟੀਆਂ ਆਉਂਦੀਆਂ ਪੈਰ ਪਸਾਰ ਲੈਂਦੀਆਂ, ਪੁਰਾਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ। ਕਿਉਂ ਨਹੀਂ ਵਿਸ਼ਵਾਸ ਰਿਹਾ? 2017 'ਚ ਅਸੀਂ ਭਾਰੀ ਬਹੁਮਤ 80 ਸੀਟਾਂ ਲੈ ਕੇ ਸਰਕਾਰ ਬਣਾਈ ਹੈ। ਦੇਖੋ ਲੋਕ ਬਲਫ ਕਰਨ ਆਉਂਦੇ ਆ, ਮੇਲਾ ਦੇਖੋ ਜਦੋਂ ਬੋਲ ਤਿਆਰ ਹੋ ਜਾਂਦਾ ਨਾ ਉਹਨੂੰ ਡਾਕੂ ਵੀ ਪੈਂਦੇ। ਤੁਹਾਡੀ ਗੱਲ ਮੈਂ ਟੋਕਦਾ ਜੀ। ਹਾਂਜੀ, ਬਹੁਮਤ ਨਾਲ ਸਰਕਾਰ ਬਣੀ ਹੈ ਜੀ, ਫਿਰ ਸਰਕਾਰ ਇਹ ਰਾਜਾ ਵਿਚਾਲੇ ਕੁਰਸੀ ਕਾਹਤੋਂ ਛੱਡ ਗਈ, ਨਵੇਂ ਬੰਦੇ ਨੂੰ ਕਾਹਤੋਂ ਦੇ ਦੇਖੋ ਜੀ ਗਈ? ਇੱਕ ਫੰਡਾ ਵਾ ਸਾਡੀ ਪਾਰਟੀ ਦਾ। ਦੇਖੋ ਨਾ ਤਾਂ ਇੱਥੇ ਮੈਂ ਰਹਿ ਜਾਣਾ, ਨਾ ਮੇਰੇ ਵੱਡ ਵਡੇਰੇ ਰਹੇ, ਨਾ ਜੋਸ਼ੀ ਨੇ ਰਹਿ ਜਾਣਾ, ਨਾ ਇਹਨਾਂ ਮੁੰਡਿਆਂ ਨੇ। ਜਿਹੜਾ ਕੰਮ ਕਰੂਗਾ ਉਹ ਅੱਗੇ ਆਊਗਾ। ਕੈਪਟਨ ਅਮਰਿੰਦਰ ਸਿੰਘ ਜੀ ਨੂੰ 18 ਨਿਕਾਤੀ ਪ੍ਰੋਗਰਾਮ ਦਿੱਤੇ ਸੀ ਵੀ ਇਹ ਪ੍ਰੋਗਰਾਮ ਸਾਨੂੰ ਪੂਰੇ ਕਰਕੇ ਦਿਓ, ਉਹਨਾਂ ਤੋਂ ਨਹੀਂ ਹੋਏ। ਉਹਨਾਂ ਨੇ ਚਲਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਬਦਲਤਾ। ਜਿਹੜਾ ਕੰਮ ਨਹੀਂ ਹੋਊਗਾ ਉਹਨੂੰ ਪਾਸੇ ਕੀਤਾ ਜਾਊਗਾ। ਤੁਸੀਂ ਦੇਖੋ ਚੰਨੀ ਜੀ ਨੇ ਕਿੰਨੇ ਕੰਮ ਕੀਤੇ ਆ, ਉਹ ਇਸੇ ਕਰਕੇ ਕੀਤੇ ਨਾ ਵੀ ਕੰਮ ਕਰਨ ਦੀ ਜਿੰਨੀ ਦੇਰ ਤੁਹਾਡੇ 'ਚ ਸ਼ਮਤਾ ਨਾ ਹੋਵੇ, ਤੁਹਾਡੇ 'ਚ ਇੱਕ ਵਿਸ਼ਵਾਸ ਨਾ ਹੋਵੇ ਵੀ ਮੈਂ ਆਹ ਲੋਕਾਂ ਦਾ ਕਰ ਸਕਦਾ, ਉਨੀ ਦੇਰ ਕੋਈ ਇਹ ਗੱਲ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਓਕੇ, ਥੈਂਕ ਯੂ।